ਆਓ ਅੱਜ ਭਗਤ ਰਵਿਦਾਸ ਜੀ ਉਹਨਾਂ ਦੇ ਸੰਬੰਧ ਦੇ ਅੰਦਰ ਹੀ ਆਪਾਂ ਕਰ ਲੈਂਦੇ ਹਾਂ ਵਿਚਾਰ। ਭਗਤ ਰਵਿਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ ਉਦੋਂ ਸੰਸਾਰ ਦੇ ਅੰਦਰ ਭੇਜਿਆ ਜਦੋਂ ਇੱਥੇ ਮੰਨੋ ਸਿਮਰਤੀ ਵਰਗੀਆਂ ਐਸੇ ਕਾਨੂੰਨ ਪਾਸ ਕਰ ਦਿੱਤੇ ਗਏ ਜਿਨ੍ਹਾਂ ਦੇ ਅੰਦਰ ਜਾਤ ਪਾਤ ਦਾ ਬਹੁਤ ਝਗੜਾ ਖੜਾ ਕਰ ਦਿੱਤਾ ਗਿਆ। ਜਿਹੜੇ ਸ਼ੂਦਰ ਲੋਕ ਹੁੰਦੇ ਇਹਨਾਂ ਦੀ ਜ਼ਿੰਦਗੀ ਬਹੁਤ ਧਰਮ ਦੇ ਅਗਿਆਨਤਾ ਵਸ ਗਿਆਨੀਆਂ ਨੇ ਬਹੁਤ ਮਾੜੀ ਕਰ ਦਿੱਤੀ। ਇੱਥੋਂ ਤੱਕ ਇਤਿਹਾਸ ਦੇ ਅੰਦਰ ਵਰਣਨ ਆਉਂਦਾ ਕਿ ਜਿਹੜੇ ਇਹ ਸ਼ੂਦਰ ਜਾਤੀ 'ਚ ਪੈਦਾ ਹੁੰਦੇ ਜਿਨ੍ਹਾਂ ਨੂੰ ਨੀਚ ਜਾਤ ਕਿਹਾ ਜਾਂਦਾ, ਉਹਨਾਂ ਨੂੰ ਹੋਰ ਤਾਂ ਹੋਰ ਉਹਨਾਂ ਨੂੰ ਕੋਈ ਧਰਮ ਦਾ ਕਰਮ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਨਾ ਮੰਦਿਰਾਂ 'ਚ ਜਾ ਸਕਦੇ, ਨਾ ਗੰਗਾ ਵਰਗੇ ਜਿਹੜੇ ਤੀਰਥ ਨੇ ਉੱਥੇ ਇਸ਼ਨਾਨ ਕਰਨ ਤੇ ਵੀ ਮਨਾਹੀ, ਤੇ ਇਹਨਾਂ ਨੂੰ ਆਪਣੀ ਰਚਨਾ ਦੇ ਨਾਲ ਪ੍ਰਭੂ ਦਾ ਨਾਮ ਜਪਣ ਤੇ ਵੀ ਮਨਾਹੀ। ਜੇ ਕੋਈ ਸੁਣਦਾ ਤਾਂ ਉਹਨੂੰ ਵੀ ਸਜ਼ਾ ਵੀ ਐਸੀ ਮਾੜੀ, ਕੰਨਾਂ 'ਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ, ਜੀਭਾਂ ਕੱਟ ਦਿੱਤੀਆਂ ਜਾਂਦੀਆਂ, ਤੇ ਜੇ ਕੋਈ ਸ਼ੂਦਰ ਦਾ ਪਰਛਾਵਾਂ ਵੀ ਕਿਤੇ ਪੈ ਜਾਂਦਾ ਤਾਂ ਉਹ ਵੀ ਬਹੁਤ ਮੁਸ਼ਕਲ ਉਹਨਾਂ ਨੂੰ ਆਪਣੇ ਜੀਵਨ ਦਾ ਬਚਾਓ ਕਰਨਾ ਪੈਂਦਾ। ਇੱਥੋਂ ਤੱਕ ਵੀ ਹੁੰਦਾ, ਮੈਂ ਵੇਖਿਆ ਇੱਕ ਸੀਰੀਅਲ ਬਣਾਇਆ ਹੋਇਆ ਸੀ ਪੁਰਾਣਾ, ਤੇ ਜਿਹੜੇ ਸ਼ੂਦਰ ਲੋਕ ਹੁੰਦੇ ਉਹਨਾਂ ਦੀ ਪਿੱਠ ਦੇ ਉੱਪਰ ਮੋਰ ਦੇ ਖੰਭ ਬੰਨੇ ਹੁੰਦੇ ਕਿ ਜਿੱਥੋਂ ਜਿੱਥੋਂ ਦੀ ਤੁਸੀਂ ਤੁਰ ਕੇ ਜਾਣਾ, ਨਾਲ ਦੀ ਨਾਲ ਇਹ ਧਰਤੀ ਤੁਹਾਡੇ ਤੁਰਨ ਦੇ ਨਾਲ ਅਪਵਿੱਤਰ ਹੋ ਰਹੀ ਆ। ਮੋਰ ਦੇ ਖੰਭਾਂ ਦੇ ਨਾਲ ਇਹ ਪਵਿੱਤਰ ਕਰਦੇ ਜਾਣਾ। ਜਾਣੀ ਐਸਾ ਮਾੜਾ ਹਾਲਤ ਪੈਦਾ ਕਰਤੀ ਕਿ ਜਿਹੜੇ ਸ਼ੂਦਰ ਜਾਤੀ 'ਚ ਪੈਦਾ ਹੁੰਦੇ ਲੋਕ ਉਹ ਤਰਾਹ ਕਰਕੇ ਉੱਠੇ। ਕੋਈ ਸੁਣਵਾਈ ਨਹੀਂ ਸੀ ਕਿਸੇ ਦੀ। ਇਹ ਜਿਹੜੇ ਧਰਮ ਦੇ ਪੈਰੋਕਾਰ ਬ੍ਰਾਹਮਣ ਲੋਕ ਹੁੰਦੇ, ਇਹ ਰਾਜੇ ਮਹਾਰਾਜੇ ਇਹਨਾਂ ਦੇ ਕਹਿਣੇ 'ਚ ਹੁੰਦੇ। ਜੇ ਕੋਈ ਥੋੜਾ ਬਹੁਤ ਧਰਮ ਦਾ ਕਰਮ ਕਰਦਾ ਤਾਂ ਉਹਨੂੰ ਸਖਤ ਸਜ਼ਾਵਾਂ ਦਵਾ ਦਿੱਤੀਆਂ ਜਾਂਦੀਆਂ। ਐਸੇ ਹੀ ਸਮੇਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਪਿਆਰੇ ਭਗਤ ਰਵਿਦਾਸ ਜੀ ਨੂੰ ਕਾਂਸ਼ੀ ਦੇ ਕੋਲੇ ਪਿੰਡ ਆ ਇੱਕ, ਜਿਹਦਾ ਨਾਂ ਪਹਿਲਾਂ ਚਮਾਰ ਮਾਜਰੀ ਹੁੰਦਾ, ਕਿਉਂਕਿ ਬਸਤੀਆਂ ਹੀ ਇਹਨਾਂ ਦੀਆਂ ਲਹਿਦਾ ਕਰ ਦਿੱਤੀਆਂ ਜਾਂਦੀਆਂ। ਹੌਲੀ ਹੌਲੀ ਉਹਦਾ ਨਾਮ ਹੁਣ ਸ਼ਿਵ ਗੋਵਰਧਨਪੁਰ ਪੈ ਗਿਆ। ਉੱਥੇ ਪਿਤਾ ਸੰਤੋਖ ਜੀ ਦੇ ਘਰ ਮਾਤਾ ਕਲਸੀ ਦੀ ਕੁੱਖ ਤੋਂ ਇਹਨਾਂ ਦਾ ਸੰਸਾਰ 'ਚ ਆਉਣਾ ਹੋਇਆ। ਸੰਸਾਰ ਦੇ ਅੰਦਰ ਆ ਕੇ ਉਹਨਾਂ ਨੇ ਦਿਖਾਇਆ ਕਿ ਕਿਵੇਂ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਜਿਹੜੇ ਵੱਡੇ ਵੱਡੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਲੋਕ ਨੇ ਉਹਨਾਂ ਦੀ ਕਿਵੇਂ ਹਾਰ ਹੁੰਦੀ ਆ, ਤੇ ਕਿਵੇਂ ਪਾਤਸ਼ਾਹ ਆਪਦੇ ਭਗਤਾਂ ਨੂੰ ਉੱਚੇ ਚੁੱਕਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਰਵਿਦਾਸ ਚੁਮਾਰ ਉਸਤਤ ਕਰੈ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਿਆ, ਚਾਰ ਵਰਨ ਪਏ ਪਗ ਆਏ। ਕਿ ਜਿਹਨੂੰ ਲੋਕ ਚਮਾਰ ਜਾਤੀ ਦਾ ਕਹਿੰਦੇ ਸੀ, ਨੀਵਾਂ ਕਹਿੰਦੇ ਸੀ, ਉਹਨੇ ਹਰੀ ਦੀ ਕੀਰਤੀ ਗਾਈ। ਰਵਿਦਾਸ ਚਮਾਰ ਕੀਰਤ ਕਰੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਐਸਾ ਪ੍ਰਭੂ ਨੇ ਖੇਲ ਖੇਲਿਆ, ਚਾਰੇ ਵਰਨਾਂ ਦੇ ਲੋਕ, ਤੇ ਫਿਰ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਡਿੱਗਣਾ ਪਿਆ। ਭਾਵੇਂ ਉਹ ਜੰਝੂ ਕੱਢਣ ਵਾਲਾ ਆਪਾਂ ਇਤਿਹਾਸ ਸੁਣੋ, ਚਾਹੇ ਪੱਥਰੀਆਂ ਤਾਰਨ ਵਾਲੇ ਇਤਿਹਾਸ ਸੁਣੋ, ਚਾਹੇ ਰਾਜੇ ਮਹਾਰਾਜਿਆਂ ਦੇ ਉਹ ਮੀਰਾਂ ਝਾਲਾਂ ਵਰਗੀਆਂ ਜਿਨ੍ਹਾਂ ਨੂੰ ਸ਼ਾਂਤੀ ਮਿਲੀ ਰਵਿਦਾਸ ਜੀ ਸੰਗਤ ਕਰਕੇ,
ਉਹਨਾਂ ਦੇ ਰਾਜੇ ਮਹਾਰਾਜਿਆਂ ਨੇ ਯਤਨ ਕਰੇ, ਪਰ ਅਖੀਰ ਰਿਜ਼ਲਟ ਕੀ ਹੁੰਦਾ? ਸਾਰਿਆਂ ਨੂੰ ਭਗਤ ਰਵਿਦਾਸ ਦੇ ਚਰਨਾਂ ਤੇ ਝੁਕਣਾ ਪੈਂਦਾ। ਕਾਰਨ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਇੰਨਾ ਉੱਚਾ ਚੁੱਕਤਾ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਐਸਾ ਹੈ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਜਿਹੜੇ ਜਿਹੜੇ ਇਨਸਾਨ ਨੇ ਵੀ ਮਨ ਕਰਕੇ ਉਸ ਪ੍ਰਭੂ ਦੀ ਸੇਵਾ ਸਿਮਰਨ ਕੀਤਾ, ਉਹਨੂੰ ਪਾਤਸ਼ਾਹ ਨੇ ਬਹੁਤ ਉੱਚਾ ਚੁੱਕਤਾ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਆਓ ਅੱਜ ਆਪਾਂ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੱਲੋਂ ਦਰਜ ਕੀਤੀ ਗਈ, ਉਹਦੇ ਸੰਬੰਧ 'ਚ ਵਿਚਾਰ ਕਰ ਲੈਂਦੇ ਹਾਂ। ਭਗਤ ਰਵਿਦਾਸ ਜੀ ਆਪਾਂ ਨੂੰ ਸਮਝਾ ਰਹੇ ਆ ਕਿ ਸਾਡੇ ਜੀਵਨ ਦੀ ਕਹਾਣੀ ਕੀ ਹੈ। ਭਗਤ ਜੀ ਸਮਝਾ ਰਹੇ ਆ, ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕੈ, ਰਾਜੇ ਇੰਦਰ ਸਮਸਰਗ ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲਿਖੈ। ਕਿ ਸਾਨੂੰ ਇਹ ਜਿਹੜਾ ਮਾਨਸ ਦਾ ਜਾਮਾ ਮਿਲਿਆ ਦੁਰਲਭ ਵਸਤੂ ਆ, ਜਿਹੜੀ ਲੱਭਦੀ ਨਹੀਂ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੰਬਾਰ, ਜਿਉਂ ਬਨ ਫਲ ਪਾਕੇ ਭੋਇੰਗ ਰਹਿ, ਬਹੁਰ ਨਾ ਲਾਗੈ ਡਾਰ। ਭਗਤ ਕਬੀਰ ਜੀ ਵੀ ਸਮਝਾ ਰਹੇ ਆ, ਕਹਿੰਦੇ ਇਨਸਾਨ ਨੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ, ਕਿਉਂਕਿ ਪੂਰਬ ਜਨਮ ਪ੍ਰਚੂਨ ਕਮਾਏ, ਹਰ ਹਰ ਨਾਮ ਪਿਆਰੇ। ਆ ਜਿਹੜਾ ਸਾਨੂੰ ਜੀਵਨ ਮਿਲਦਾ, ਇਹ ਪੂਰਬਲੇ ਜਨਮਾਂ 'ਚ ਅਸੀਂ ਥੋੜੇ ਥੋੜੇ ਸਵਾਸ ਪ੍ਰਭੂ ਦੀ ਯਾਦ 'ਚ ਜਮ੍ਹਾਂ ਕਰਾਏ, ਉਹਦੀ ਬਦੌਲਤ ਸਾਨੂੰ ਇਹ ਦੁਲੰਭ ਜੀਵਨ ਪ੍ਰਾਪਤ ਹੋਇਆ। ਦੁਰਲਭ ਜਨਮ ਪੁੰਨ ਫਲ ਪਾਇਓ, ਕਹਿੰਦੇ ਵੱਡੇ ਪੁੰਨਾਂ ਦੇ ਫਲ ਦੇ ਕਰਕੇ ਤੁਹਾਨੂੰ ਮਿਲਿਆ। ਬਿਰਥਾ ਜਾਤ ਅਬਵੇਕੈ, ਕਹਿੰਦੇ ਪਰ ਬਿਰਥਾ ਜਾ ਰਿਹਾ। ਕਾਰਨ ਕਿਉਂਕਿ ਅਸੀਂ ਵਿਵੇਕ ਬੁੱਧ ਦੀ ਪ੍ਰਾਪਤੀ ਨਹੀਂ ਕਰ ਸਕੇ। ਅਸੀਂ ਵਿਵੇਕ ਗਿਆਨ ਦੀ ਪ੍ਰਾਪਤੀ ਤੋਂ ਖੁੰਝ ਰਹੇ ਹਾਂ, ਤਾਂ ਇਹ ਸਾਡਾ ਬਿਰਥਾ ਜਾ ਰਿਹਾ। ਵਿਵੇਕ ਬੁੱਧ ਕਿਹਨੂੰ ਕਹਿੰਦੇ ਨੇ? ਜਦੋਂ ਅਸੀਂ ਸਤਿਗੁਰ ਦੀ ਮੱਤ ਬੁੱਧ ਲੈ ਕੇ ਬ੍ਰਹਮ ਦਾ ਗਿਆਨ, ਸੱਚ ਦਾ ਗਿਆਨ ਪ੍ਰਾਪਤ ਕਰਨ ਦੀ ਸਾਡੀ ਬੁੱਧੀ ਹੋ ਜਾਂਦੀ, ਜਿੱਥੇ ਜਾ ਕੇ ਜੀਵ ਰੂਪੀ ਇਸਤਰੀ ਤੇ ਪ੍ਰਭੂ ਦਾ ਮਿਲਾਪ ਹੋ ਜਾਂਦਾ, ਉਸ ਬੁੱਧ ਨੂੰ ਕਹਿੰਦੇ ਨੇ ਵਿਵੇਕ ਬੁੱਧ। ਜਿੱਥੇ ਦੋ ਚੀਜ਼ਾਂ ਇੱਕ ਜਗ੍ਹਾ ਇਕੱਠੀਆਂ ਹੋ ਜਾਣ। ਭਗਤ ਜੀ ਸਮਝਾ ਰਹੇ ਆ ਕਿ ਇਹ ਵਿਵੇਕ ਗਿਆਨ ਲੈਣ ਤੋਂ ਬਗੈਰ, ਸੱਚ ਦਾ ਗਿਆਨ ਪ੍ਰਾਪਤ ਕਰਨ ਤੋਂ ਬਗੈਰ, ਇਹ ਜੋ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕੈ। ਹੁਣ ਅੱਗੇ ਉਦਾਹਰਨ ਦੇ ਕੇ ਸਮਝਾ ਰਹੇ ਆ, ਕਹਿੰਦੇ ਰਾਜੇ ਇੰਦਰ ਸਮਸਰਗ ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲਿਖੈ। ਐ ਇਨਸਾਨ, ਤੇਰੇ ਕੋਲੇ ਆ ਸੰਸਾਰ ਦੀਆਂ ਸਹੂਲਤਾਂ ਤਾਂ ਵੱਖਰੀ ਗੱਲ ਹੈ। ਦੇਵਤਿਆਂ ਦਾ ਰਾਜਾ ਜਿਹੜਾ ਇੰਦਰ ਹੈ, ਉਹਦੇ ਵਰਗਾ ਵੀ ਤੇਰੀ ਰਹਿائش ਬਣ ਜੇ। ਰਾਜੇ ਇੰਦਰ ਸਮਸਰਗ ਰਹਿ ਆਸਨ, ਉਹਦੇ ਵਰਗਾ ਤੇਰਾ ਆਸਨ ਤਿਆਰ ਹੋ ਜੇ, ਤੇਰੀ ਰਹਿائش ਬਣ ਜੇ, ਸੁੱਖ ਸਹੂਲਤਾਂ ਪ੍ਰਾਪਤ ਹੋ ਜਾਣ। ਪਰ ਇੱਕ ਗੱਲ ਦਾ ਖਿਆਲ ਰੱਖ ਕੇ ਚੱਲੀ, ਬਿਨ ਹਰ ਭਗਤ ਕਹੋ ਕਿਹ ਲਿਖੈ। ਜੇ ਰਾਜੇ ਇੰਦਰ ਵਰਗੇ ਆਸਨ ਵੀ ਤੇਰੇ ਕੋਲੇ ਹਨ, ਤੇ ਜੇ ਤੇਰੇ ਕੋਲੇ ਹਰੀ ਦੀ ਭਗਤੀ ਨਹੀਂ, ਤਾਂ ਕਿਸੇ ਲੇਖੇ 'ਚ ਨਹੀਂ। ਤੇ ਅੱਗੇ ਸਮਝਾ ਰਹੇ ਆ, ਕਹਿੰਦੇ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਦੀਸਰ ਜਾਹੀ। ਕਿ ਇਹ ਭੁੱਲੇ ਹੋਏ ਇਨਸਾਨ, ਤੂੰ ਆਪਣੇ ਜੀਵਨ ਦੇ ਅੰਦਰ ਦੁਨਿਆਵੀ ਰਸਾਂ ਨੂੰ ਤਾਂ ਚੱਖ ਰਿਹਾ। ਬੜੇ ਰਸ ਨੇ ਜਿਹੜੇ ਚੱਖੇ ਜਾਂਦੇ ਆ,
ਸਾਡੀਆਂ ਗਿਆਨ ਇੰਦਰੀਆਂ ਦੁਆਰਾ ਅੱਖਾਂ ਨੂੰ ਦੇਖਣ ਦਾ ਵੀ ਰਸ ਹੈ, ਕੰਨਾਂ ਨਾਲ ਸੁਣਦੇ ਆ ਇਹ ਵੀ ਇੱਕ ਰਸ ਹੈ, ਸੁਗੰਧੀਆਂ ਲੈਂਦੇ ਆ ਇਹ ਵੀ ਇੱਕ ਰਸ ਹੈ, ਰਸਨਾ ਦੇ ਨਾਲ ਪਦਾਰਥ ਛਕਦੇ ਆ ਇਹ ਵੀ ਰਸ ਨੇ, ਚਮੜੀ ਨਾਲ ਸਪਰਸ਼ ਹੁੰਦਾ ਇਹ ਵੀ ਇੱਕ ਰਸ ਹੈ। ਜਾਣੀ ਕਿ ਇਹ ਪੰਜੇ ਗਿਆਨ ਇੰਦਰੀਆਂ ਦੁਆਰਾ ਇਨਸਾਨ ਅੱਜ ਸੰਸਾਰ ਦੇ ਰਸ ਭੋਗ ਰਿਹਾ, ਪਰ ਭੁੱਲ ਕਿੱਥੇ ਹੋ ਗਈ। ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਉਹ ਜੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਪ੍ਰਮਾਤਮਾ ਹੈ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਜਿਹੜਾ ਅਵਿਨਾਸ਼ੀ ਰਾਜਾ ਹੈ, ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਤਖਿਆ ਤੇ ਨਾ ਕਦੇ ਵਿਚਾਰ ਕਰੀ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਵਿਸਰ ਜਾਹੀ। ਕਹਿੰਦੇ ਜਿਹੜੇ ਨਾਮ ਦੇ ਰਸ ਆਉਣ ਦੇ ਨਾਲ ਆ ਸੰਸਾਰ ਦੇ ਰਸਾਂ ਦੇ ਅੰਦਰ ਮਸਤ ਹੋ ਕੇ ਗਫਲਤ ਦੀ ਨੀਂਦ ਸੌਂ ਰਿਹਾ, ਇਹ ਤਾਂ ਤੇਰੇ ਮਨ ਤੋਂ ਦੂਰ ਹੋਣੇ ਸੀ ਜੇ ਤੂੰ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਕਰਦਾ, ਪਰ ਉਹਦੀ ਤੂੰ ਕਦੇ ਵਿਚਾਰ ਹੀ ਨਹੀਂ ਕਰੀ। ਹੁਣ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖਣਾ ਹੁੰਦਾ ਕਿ ਰੋਜ਼ ਪਾਤਸ਼ਾਹ ਸਾਨੂੰ ਸਾਵਧਾਨ ਕਰਦੇ ਨੇ ਗੁਰਬਾਣੀ 'ਚ ਕਿ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਕਿ ਜੇ ਭਾਈ ਤੁਸੀਂ ਆਪਦੇ ਜੀਵਨ ਕਾਲ ਦੌਰਾਨ ਪਰਮਾਤਮਾ ਦਾ ਨਾਮ ਤੇ ਉਹਦੇ ਚੋਂ ਪੈਦਾ ਹੋਣ ਵਾਲੇ ਰਸ ਦੀ ਪ੍ਰਾਪਤੀ ਨਾ ਕਰ ਸਕੇ, ਤੁਸੀਂ ਭਾਗਾਂ ਤੋਂ ਹੀਣੇ ਹੋ ਤੇ ਜਮਾਂ ਦੇ ਪਾਸ ਤੁਹਾਨੂੰ ਜਾਣਾ ਪੈਣਾ। ਜੇ ਅਸੀਂ ਸਤਿਗੁਰ ਦੀ ਬਾਣੀ ਨੂੰ ਸੱਚ ਕਰਕੇ ਮੰਨਦੇ ਹਾਂ ਤੇ ਨਹੀਂ ਫਿਰ ਆਪੋ ਆਪਣਾ ਖਿਆਲ ਜਿਹੋ ਜਿਹਾ ਕਿਸੇ ਦਾ ਜੀਵਨ ਚੱਲ ਰਿਹਾ। ਸਤਿਗੁਰੂ ਪਾਤਸ਼ਾਹ ਇੱਥੇ ਹੁਣ ਸਮਝਾ ਰਹੇ ਆ, ਕਹਿੰਦੇ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਵਿਸਰ ਜਾਹੀ। ਕਿਉਂਕਿ ਜਿੰਨੇ ਆ ਦੁਨਿਆਵੀ ਪਦਾਰਥਾਂ ਦੇ ਰਸ ਨੇ, ਅੱਜ ਵੇਖੋ ਬਹੁਤ ਸਾਰੇ ਐਸਾ ਪ੍ਰਚਾਰ ਹੋ ਰਿਹਾ, ਸਾਨੂੰ ਸਮਝਾਇਆ ਜਾ ਰਿਹਾ ਕਿ ਸਾਦੇ ਭੋਜਨ ਖਾਓ, ਬਾਹਰ ਦੇ ਖਾਣੇ ਨਾ ਖਾਓ, ਕਿਉਂਕਿ ਭੋਜਨ ਦੇ ਉੱਪਰ ਬੜਾ ਹੈ ਸਾਡਾ ਜਿਹੜਾ ਜੀਵਨ ਦੀ ਕਹਾਣੀ। ਜਿੰਨੇ ਅੱਜ ਰੋਗ ਨੇ ਉਹ ਡਾਕਟਰ ਇਹੀ ਕਹਿੰਦੇ ਆ ਕਿ ਸਾਦਾ ਭੋਜਨ ਖਾਓ ਤੇ ਆਪ ਰੋਗਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਤੇ ਗੁਰੂ ਨਾਨਕ ਦੇ ਘਰ ਨੇ 500 ਸਾਲ ਪਹਿਲਾਂ ਸਾਨੂੰ ਇਹਨਾਂ ਗੱਲਾਂ ਬਾਰੇ ਬੜਾ ਖੋਲ ਕੇ ਗੁਰਬਾਣੀ 'ਚ ਸਮਝਾਇਆ ਕਿ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਅੱਜ ਜਿੰਨੇ ਅੱਜ ਸੰਸਾਰ ਨੂੰ ਰੋਗ ਨੇ, ਕੋਈ ਵਿਰਲਾ ਹੋਊਗਾ ਜਿਹੜਾ ਦਵਾਈ ਲਗਾਤਾਰ ਨਹੀਂ ਖਾਂਦਾ। ਕਾਰਨ ਕੀ, ਅਸੀਂ ਆਪਣੇ ਮਨ ਦੀ ਖੁਰਾਕ ਜਿਹੜੀ ਅਸਲੀ ਹੈ ਉਹਨੂੰ ਭੁੱਲ ਚੁੱਕੇ ਹਾਂ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਅਸੀਂ ਸਿਰਫ ਆ ਦੁਨਿਆਵੀ ਰਸਾਂ ਦੇ ਅੰਦਰ ਇੰਨੇ ਖਚਿਤ ਹੋ ਗਏ ਆ ਕਿ ਸਾਰੀ ਉਮਰ ਨਾ ਸਾਡੀ ਜੀਭ ਰੱਜਦੀ ਆ, ਨਾ ਸਾਡੀਆਂ ਅੱਖਾਂ ਰੱਜਦੀਆਂ, ਨਾ ਸਾਡੇ ਕੰਨ ਰੱਜਦੇ ਆ, ਤੇ ਇਹ ਸਾਰੀ ਜ਼ਿੰਦਗੀ ਰਸਾਂ ਦੇ ਅੰਦਰ ਚੱਲ ਰਹੀ ਹੈ। ਜਿਹਦਾ ਕਾਰਨ ਕੀ ਹੋ ਗਿਆ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਿਉਂ ਹੀ ਅਸੀਂ ਪ੍ਰਭੂ ਦੇ ਨਾਮ ਨੂੰ ਭੁੱਲੇ, ਮਨ ਦੀ ਖੁਰਾਕ ਨੂੰ, ਜੋ ਸਰਬ ਰੋਗ ਕਾ ਔਖਦ ਨਾਮ ਦੱਸਿਆ ਜਾਂਦਾ, ਤੇ ਸਾਡੇ ਸਰੀਰਾਂ ਦੇ ਅੰਦਰ ਰੋਗ ਉਤਪੰਨ ਹੋਣੇ ਸ਼ੁਰੂ ਹੋ ਗਏ। ਤਾਂ ਭਗਤ ਜੀ ਸਮਝਾ ਰਹੇ ਆ, ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹੇ ਰਸ ਅਨਰਸ ਵਿਸਰ ਜਾਹੀ। ਫਿਰ ਸੰਗਤ ਨੇ ਬੇਨਤੀ ਕੀਤੀ ਭਗਤ ਰਵਿਦਾਸ ਜੀ ਨੂੰ, ਕਹਿੰਦੇ ਜੀ ਕੀ ਇਨਸਾਨ ਨੂੰ ਗਿਆਨ ਨਹੀਂ ਹੈ ਚੰਗੇ ਮਾੜੇ ਦਾ, ਕਿ ਜਾਣ ਬੁੱਝ ਕੇ ਸਾਰਾ ਕੁਝ ਕਰ ਰਿਹਾ। ਭਗਤ ਜੀ ਕਹਿੰਦੇ ਸਾਰਿਆਂ ਨੂੰ ਪਤਾ, ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਕਹਿੰਦੇ ਹਰੇਕ ਇਨਸਾਨ ਨੂੰ ਇੰਨਾ ਕੁ ਗਿਆਨ ਹੈ
ਜਿਸ ਤਰ੍ਹਾਂ ਆਪਾਂ ਹੁਣ ਵੇਖਦੇ ਹਾਂ, ਆਪਾਂ ਨੂੰ ਪਾਪ ਪੁੰਨ ਦਾ ਗਿਆਨ, ਮਾੜੇ ਚੰਗੇ ਦਾ ਗਿਆਨ, ਆਪਣੇ ਔਰ ਬਗਾਨੇ ਦਾ ਗਿਆਨ, ਇਹ ਵੀ ਰੱਖਦੇ ਹਾਂ ਸੋਚ ਕਿ ਜਦੋਂ ਅਸੀਂ ਕੋਈ ਪੁੰਨ ਦਾ ਕਰਮ ਕਰਦੇ ਹਾਂ ਇਹਦੇ ਸਾਨੂੰ ਫਲ ਦੀ ਪ੍ਰਾਪਤੀ ਹੋਣੀ ਹੈ। ਜੇ ਕਿਤੇ ਇਹ ਵੀ ਸਾਡੇ ਮਨ 'ਚ ਗੱਲ ਵਸ ਜੇ ਕਿ ਜਦੋਂ ਪਾਪ ਕਰਮ ਕਰਦੇ ਹਾਂ ਇਹਦੀ ਸਜ਼ਾ ਤੋਂ ਵੀ ਬਚਿਆ ਜਾ ਸਕਣਾ ਨਹੀਂ, ਕਿਉਂਕਿ ਉਸ ਮਾਲਕ ਦੇ ਘਰ ਤਾਂ ਨਿਆਂ ਹੈ। ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਉਹਨੂੰ ਵੱਢਣਾ ਪੈਣਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਬਹੋ ਜਾਹੋ। ਭਗਤ ਜੀ ਕਹਿੰਦੇ ਜਾਨ ਅਜਾਨ ਸਾਰਾ ਕੁਝ ਪਤਾ। ਪਾਤਸ਼ਾਹ ਵੀ ਗੁਰਬਾਣੀ 'ਚ ਇੱਕ ਜਗ੍ਹਾ ਸਮਝਾ ਰਹੇ ਆ, ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕਹਿੰਦੇ ਸਭ ਨੂੰ ਪਤਾ, ਜਾਣ ਬੁੱਝ ਕੇ ਗਲਤ ਕੰਮ ਕਰ ਰਿਹਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ। ਕਹਿੰਦੇ ਕਾਹਦੀ ਇਹ ਚਲਾਕੀ ਆ, ਹਾਥ ਦੀਪ ਕੂਏ ਪਰੈ। ਗਿਆਨ ਦਾ ਦੀਵਾ ਵੀ ਆ, ਅਕਲ ਦੀ ਕਲਾ ਵੀ ਪਾਤਸ਼ਾਹ ਨੇ ਦਿੱਤੀ ਆ, ਪਰ ਫੇਰ ਵੀ ਗਲਤੀਆਂ ਦੇ ਖੂਹ ਦੇ ਅੰਦਰ ਡਿੱਗ ਰਿਹਾ। ਭਗਤ ਰਵਿਦਾਸ ਜੀ ਵੀ ਇਹੋ ਸਮਝਾ ਰਹੇ ਆ, ਕਹਿੰਦੇ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਕਹਿੰਦੇ ਸਾਡਾ ਸੋਚਾਂ ਸੋਚਦਿਆਂ ਦਾ, ਚੰਗੀਆਂ ਮਾੜੇ ਵਿਚਾਰ ਲੈਂਦਿਆਂ ਦਾ ਸਾਡੇ ਦਿਨਾਂ ਜਿਹੜੇ ਗੁਜ਼ਰਦੇ ਜਾ ਰਹੇ ਆ। ਕਿਉਂਕਿ ਰਾਤ ਤਾਂ ਸੌਂ ਕੇ ਲੰਘ ਜਾਂਦੀ ਹੈ, ਸੰਸਾਰ ਨਾਲੋਂ ਧਿਆਨ ਟੁੱਟ ਜਾਂਦਾ। ਜਦੋਂ ਦਿਨ ਦਾ ਵੇਲਾ ਹੁੰਦਾ ਉਦੋਂ ਸਾਡਾ ਇਹੀ ਮਨ ਦੇ ਅੰਦਰ ਵਿਚਾਰ ਚੱਲਦੇ ਰਹਿੰਦੇ ਆ। ਚੰਗੇ ਚੱਲਦੇ ਆ, ਕਿਤੇ ਮਾੜੇ ਚੱਲਦੇ ਆ, ਦੁੱਖਾਂ ਵਾਲੇ ਚੱਲਦੇ ਆ, ਸੁੱਖਾਂ ਵਾਲੇ ਚੱਲਦੇ ਆ। ਇਹ ਵਿਚਾਰਾਂ ਦੀ ਚੱਕਰੀ ਚੱਲਦੀ ਰਹਿੰਦੀ ਆ ਤੇ ਇਹੀ ਸਾਡਾ ਖੇੜਾ ਨਹੀਂ ਆਉਣ ਦਿੰਦੀ ਤੇ ਇਹੀ ਸਾਨੂੰ ਪ੍ਰਭੂ ਦੇ ਨਾਲ ਨੇੜਤਾ ਨਹੀਂ ਹੋਣ ਦਿੰਦੇ ਸਾਡੇ ਵਿਚਾਰ। ਤਾਂ ਭਗਤ ਜੀ ਸਮਝਾ ਰਹੇ ਆ, ਕਹਿੰਦੇ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਸੋਚਾਂ ਸੋਚਦਿਆਂ ਸੋਚਦਿਆਂ ਕਹਿੰਦੇ ਸਮਾਂ ਕਿਹੋ ਜਿਹਾ ਆ ਜਾਂਦਾ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਕਹਿੰਦੇ ਆਹ ਸਾਡੀਆਂ ਜਿਹੜੀਆਂ ਮਨ ਦੀਆਂ ਸਲਾਹਕਾਰ ਗਿਆਨ ਇੰਦਰੀਆਂ ਨੇ, ਇਹ ਤਕੜੀਆਂ ਹੁੰਦੀਆਂ ਜਾਂਦੀਆਂ, ਸਾਡੇ ਕਾਬੂ ਤੋਂ ਬਾਹਰ ਹੁੰਦੀਆਂ ਜਾਂਦੀਆਂ ਤੇ ਜਿਹੜੀ ਸਾਡੀ ਅੱਛੀ ਬੁੱਧ ਵਿਵੇਕ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਨਿਬਲ ਕਹਿੰਦੇ ਨੇ ਕਮਜ਼ੋਰ ਨੂੰ ਤੇ ਸਬਲ ਕਹਿੰਦੇ ਨੇ ਤਕੜੇ ਨੂੰ। ਕਿਉਂਕਿ ਇੰਦਰੀਆਂ ਵਿਵੇਕ ਬੁੱਧ ਤੋਂ ਬਗੈਰ ਕਿਵੇਂ ਬੇਕਾਬੂ ਹੋ ਗਈਆਂ। ਸਾਤੋਂ ਨਾ ਚਾਹੁੰਦਿਆਂ ਤੋਂ ਵੀ ਇਹਨਾਂ ਅੱਖਾਂ ਦੇ ਨਾਲ ਮਾੜਾ ਦੇਖਿਆ ਜਾ ਰਿਹਾ, ਸਾਤੋਂ ਇਹਨਾਂ ਕੰਨਾਂ ਦੇ ਨਾਲ ਮਾੜਾ ਸੁਣਿਆ ਜਾ ਰਿਹਾ। ਜਿੰਨੀਆਂ ਵੀ ਇਹ ਗਿਆਨ ਇੰਦਰੀਆਂ ਨੇ, ਇਹ ਜਿਉਂ-ਜਿਉਂ ਸਾਡਾ ਮਨ ਪਰਮਾਤਮਾ ਤੋਂ ਪਿੱਛੇ ਹਟਦਾ ਜਾਂਦਾ, ਵਿਵੇਕ ਬੁੱਧ ਤੋਂ ਪਿੱਛੇ ਹਟਦਾ ਜਾਂਦਾ, ਬ੍ਰਹਮ ਦੇ ਗਿਆਨ ਤੋਂ, ਪਰਮਾਤਮਾ ਦੇ ਗਿਆਨ ਤੋਂ ਪਿੱਛੇ ਹਟਦਾ ਜਾਂਦਾ, ਸੰਗਤ ਕਰਨੋਂ ਹਟਦਾ ਜਾਂਦਾ, ਗੁਰੂ ਦੀ ਬਾਣੀ ਪੜ੍ਹਨੋਂ ਹਟਦਾ ਜਾਂਦਾ, ਤਿਉਂ-ਤਿਉਂ ਸਾਡੇ ਮਨ ਨੂੰ ਇਹ ਗਿਆਨ ਇੰਦਰੀਆਂ ਜਿਨ੍ਹਾਂ ਦੇ ਉੱਪਰ ਇਹ ਪੰਜਾਂ ਦੂਤਾਂ ਦਾ ਪ੍ਰਭਾਵ ਆ, ਉਹ ਇੰਨੀਆਂ ਤਕੜੀਆਂ ਹੋ ਜਾਂਦੀਆਂ ਕਿ ਸਾਡੀ ਪੇਸ਼ ਹੀ ਨਹੀਂ ਚੱਲਣ ਦਿੱਤੀ ਜਾਂਦੀ। ਐਸੇ ਕਰਮ ਸਾਤੋਂ ਕਰਵਾ ਦਿੱਤੇ ਜਾਂਦੇ ਆ ਜਿਨ੍ਹਾਂ 'ਚ ਬਾਅਦ 'ਚ ਪਛਤਾਵੇ ਤੋਂ ਬਗੈਰ ਸਾਡੇ ਕੋਲੇ ਕੁਝ ਨਹੀਂ ਲੱਭਦਾ। ਭਗਤ ਜੀ ਸਮਝਾ ਰਹੇ ਆ, ਕਹਿੰਦੇ ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ। ਇਹ ਇਨਸਾਨ ਦੀ ਹਾਲਤ ਐਸੀ ਹੋਊਗੀ ਸੋਚਾਂ ਸੋਚਦਿਆਂ 'ਚ, ਦੁਨਿਆਵੀ ਰਸਾਂ 'ਚ ਮਗਨ ਹੋਣ ਕਰਕੇ। ਕਹਿੰਦੇ ਇਹਦਾ ਪਰਮਾਰਥ, ਪਰਮ ਕਹਿੰਦੇ ਨੇ ਵੱਡੇ ਨੂੰ, ਅਰਥ ਕਹਿੰਦੇ ਨੇ ਉਹ ਜੀਵਨ ਦੀ ਕਹਾਣੀ ਵੀ ਅਰਥ ਕੀ ਆ ਆਪਣਾ। ਪਰਮਾਰਥ ਜੋ ਸਾਡੇ ਜੀਵਨ ਦਾ ਵੱਡਾ ਅਰਥ ਹੈ ਉਹਦੇ ਅੰਦਰ ਅਸੀਂ ਪ੍ਰਵੇਸ਼ ਹੀ ਨਹੀਂ ਹੋ ਸਕੇ। ਪਰਮਾਰਥ ਕੀ ਆ, ਆਹ ਸੰਸਾਰ 'ਚ ਰਹਿੰਦਿਆਂ
ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ, ਉਹਦੇ ਨਾਲ ਨੇੜਤਾ ਬਣਾਉਣੀ ਤੇ ਉਹਦੇ ਨਾਲ ਮਿਲਾਪ ਕਰਨਾ, ਉਹਦੀ ਖੁਸ਼ੀ ਪ੍ਰਾਪਤ ਕਰਨੀ, ਇਹਨੂੰ ਕਹਿੰਦੇ ਨੇ ਪਰਮਾਰਥ ਦਾ ਰਸਤਾ। ਪਰ ਕਹਿੰਦੇ ਐਸਾ ਖੇਲ ਬਣ ਗਿਆ, ਇੰਦਰੀ ਨਿਵਲ ਇੰਦਰੀ ਸਬਲ, ਨਿਵਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ। ਤੇ ਅੱਗੇ ਸਮਝਾ ਰਹੇ ਆ, ਕਹਿੰਦੇ ਇਨਸਾਨ ਫਿਰ ਚਲਾਕੀਆਂ ਬਹੁਤ ਕਰਦਾ, ਕਹੀਅਤ ਆਨ ਅਚਰੀਅਤ ਅਨ, ਸਮਝ ਨਾ ਪਰੈ ਅਪਰਮਾਇਆ। ਕਹਿੰਦੇ ਇਨਸਾਨ ਕਰਦਾ ਕੀ ਆ, ਮੁਖ ਤੋਂ ਕੁਝ ਹੋਰ ਬੋਲਦਾ ਤੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ। ਦੋ ਮੁਖ ਲੈ ਕੇ ਇਨਸਾਨ ਸੰਸਾਰ ਦੇ ਅੰਦਰ ਗੱਲਾਂ ਕਰਦਾ, ਮੁਖ ਤੋਂ ਚੰਗੀਆਂ ਗੱਲਾਂ ਕਰਦਾ, ਅੰਦਰ ਮਨ ਜਿਹੜਾ ਵਿਕਾਰਾਂ ਦੀ ਅੱਗ ਦੇ ਅੰਦਰ ਸੜ ਰਿਹਾ। ਕਹੀਅਤ ਆਨ ਅਚਰੀਅਤ ਅਨ, ਤੇ ਕਾਰਨ ਕੀ ਹੋਇਆ, ਕਹਿੰਦੇ ਸਮਝ ਨਾ ਪਰੈ ਅਪਰਮਾਇਆ। ਉਸ ਮਾਲਿਕ ਦੀ ਪੈਦਾ ਕੀਤੀ ਹੋਈ ਮਾਇਆ ਦਾ ਪ੍ਰਭਾਵ ਐਸਾ ਹੈ, ਇਨਸਾਨ ਸਾਰੀ ਜ਼ਿੰਦਗੀ ਜਿਹਦੇ ਚ ਆਪਾਂ ਸਾਰੇ ਸ਼ਾਮਲ ਹਾਂ, ਮੁੱਖੋਂ ਅਸੀਂ ਕੁਝ ਹੋਰ ਬੋਲਦੇ ਹਾਂ ਤੇ ਅੰਦਰ ਸਾਡੇ ਕੁਝ ਹੋਰ ਚੱਲ ਰਿਹਾ ਹੁੰਦਾ, ਕਿਉਂਕਿ ਅਸੀਂ ਚਲਾਕੀ ਕਰਦੇ ਹਾਂ ਵੀ ਸੰਸਾਰ ਦੇ ਲੋਕਾਂ ਚ ਤਾਂ ਅਸੀਂ ਚੰਗੇ ਬਣੀਏ ਤੇ ਮਾਲਕ ਕਿਹੜਾ ਵੇਖਦਾ। ਜਿੱਦੇ ਇਸ ਗੱਲ ਦਾ ਭੇਦ ਆ ਗਿਆ, ਜੋ ਰੋਜ਼ ਬਾਣੀ ਚ ਗਿਆਨ ਦਿੱਤਾ ਜਾਂਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਜਿੰਨਾ ਚਿਰ ਮਨ ਮਾਂਜੀਐ ਗੁਰ ਸ਼ਬਦੀ ਮਨ ਮਾਂਜੀਐ। ਇਸੇ ਕਰਕੇ ਸਾਨੂੰ ਆ ਗੁਰਮਤ ਦੇ ਜਿਹੜਾ ਘਰ ਇਹ ਚ ਸਮਝਾਇਆ ਜਾਂਦਾ ਕਿ ਗਿਆਨ ਵੀ ਲਓ, ਨਾਲ ਦੀ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਅਭਿਆਸ ਵੀ ਕਰੋ। ਜਦੋਂ ਆਪਾਂ ਪ੍ਰੈਕਟੀਕਲ ਕਰਕੇ ਵੇਖ ਲਿਓ, ਜਿੰਨੇ ਮਰਜ਼ੀ ਸਾਡੇ ਮਨ ਦੇ ਅੰਦਰ ਵਿਚਾਰ ਚੱਲਦੇ ਹੋਣ, ਜਿਹੋ ਜਿਹੀ ਮਰਜ਼ੀ, 10-15 ਮਿੰਟ ਬੈਠ ਕੇ ਨੇਤਰ ਬੰਦ ਕਰਕੇ ਸਾਸ ਗਰਾਸ ਵਿਧੀ ਦੁਆਰਾ ਆਪਣੀ ਆਵਾਜ਼ 'ਚ ਧਿਆਨ ਰੱਖ ਕੇ ਗੁਰਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿਓ। ਹੌਲੀ ਹੌਲੀ ਸਾਡਾ ਹਟਣ ਨੂੰ ਜੀ ਨਹੀਂ ਕਰਨਾ। ਜਿਉਂ-ਜਿਉਂ ਅਸੀਂ ਇਸ ਪਾਸੇ ਨੂੰ ਵਧਾਉਂਦੇ ਜਾਵਾਂਗੇ, ਸਮਾਂ ਸਾਡੇ ਮਨ ਨੂੰ ਸ਼ਾਂਤੀ ਆਵੇਗੀ, ਜਿਹੜੀ ਕਿਸੇ ਵੀ ਦੁਨੀਆ ਦੀ ਕੀਮਤ ਤੇ ਲੱਭ ਨਹੀਂ ਸਕਦੀ। ਕਿੱਡੇ ਕਿੱਡੇ ਅਮੀਰ ਲੋਕ ਬੈਠੇ ਨੇ, ਕਿਵੇਂ ਕਲਪ ਰਹੇ ਆ, ਕਿਵੇਂ ਦੁਖੀ ਹੋ ਰਹੇ ਆ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਆਪਾਂ ਨੂੰ ਕਿ ਭਾਈ, ਇਹ ਕਲਯੁਗ ਦੇ ਸਮੇਂ 'ਚ ਸਭ ਕੁਝ ਤੱਤਾ ਹੀ ਤੱਤਾ, ਕਲ ਤਾਤੀ ਠੰਡਾ ਹਰ ਨਾਓ। ਜੇ ਇਹ ਅਗਨ ਦੀ ਭੱਠੀ ਦੇ ਵਿੱਚੋਂ ਅਗਨ ਦੇ ਰਸ ਦੇ ਅੰਦਰ ਬੈਠੇ ਹੋਏ ਸ਼ਾਂਤੀ ਚਾਹੁੰਦੇ ਹੋ, ਤਾਂ ਪ੍ਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰੋ। ਜਦੋਂ ਆਪਾਂ ਪ੍ਰੈਕਟੀਕਲ ਕਰਾਂਗੇ, ਕਰਕੇ ਵੇਖ ਲਿਓ। ਜਿਹੜੇ ਕਰਦੇ ਹੋ ਧੰਨਵਾਦ, ਨਹੀਂ ਕਰਦੇ ਤਾਂ ਕੋਸ਼ਿਸ਼ ਕਰਿਆ ਕਰੀਏ, ਅੱਧਾ ਪੌਣਾ ਘੰਟਾ ਜਦੋਂ ਵੀ ਸਮਾਂ ਮਿਲਦਾ ਬੈਠ ਕੇ ਗੁਰਮੰਤਰ ਦਾ ਅਭਿਆਸ ਕੀਤਾ ਜਾਵੇ। ਕਿਉਂਕਿ ਜਿੰਨਾ ਚਿਰ ਅਸੀਂ ਸਿਮਰਨ ਅਭਿਆਸ ਨਹੀਂ ਕਰਦੇ, ਸਾਡੇ ਵਿਚਾਰਾਂ ਦੀ ਰੋਕਥਾਮ ਨਹੀਂ ਹੁੰਦੀ, ਸਾਡੇ ਮਨ ਦੀ ਇਕਾਗਰਤਾ ਨਹੀਂ ਬਣਦੀ। ਇਸੇ ਕਰਕੇ ਵਾਰ-ਵਾਰ ਸਤਿਗੁਰੂ ਪਾਤਸ਼ਾਹ ਗੁਰਬਾਣੀ ਸਾਨੂੰ ਇਸੇ ਗੱਲ ਤੇ ਲਿਆ ਰਹੇ ਆ। ਅਖੀਰ ਫੈਸਲਾ ਦੇ ਦਿੱਤਾ ਗਿਆ ਕਿ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾਇਆ। ਹੁਣ ਭਗਤ ਰਵਿਦਾਸ ਜੀ ਸਮਝਾ ਰਹੇ ਆ, ਕਹਿੰਦੇ ਨਾਲ ਦੀ ਨਾਲ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਿਆ ਕਰੋ ਕਿ ਐ ਪ੍ਰਭੂ, ਤੇਰੀ ਇਹ ਅਪਰਮਾਇਆ ਬੜੀ ਤਕੜੀ ਆ, ਜਿਹਨੇ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਦੇ ਅੰਦਰ ਲਿਆ ਹੋਇਆ। ਜੀਵ ਨੂੰ ਸਮਝ ਨਹੀਂ ਆਉਂਦੀ, ਇੰਨਾ ਇਹ ਤੇਰੀ ਮਾਇਆ ਨੇ ਸਾਨੂੰ ਕਮਲੇ ਕਰਤਾ। ਅਸੀਂ ਮੁਖ ਤੋਂ ਕੁਝ ਹੋਰ ਬੋਲੀ ਜਾਂਦੇ ਆ, ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ। ਇਹ ਤਾਂ ਆਪਾਂ ਪ੍ਰੈਕਟੀਕਲ ਕਰੋ। ਕਈ ਵਾਰ ਬਾਣੀ ਪੜ੍ਹਦਿਆਂ ਦੇ ਵੀ ਐਸੇ ਵਿਚਾਰ ਚੱਲ ਰਹੇ ਹੁੰਦੇ ਆ ਜਿਨ੍ਹਾਂ ਦਾ ਸਾਡਾ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ, ਲੈਣਾ ਦੇਣਾ ਹੀ ਨਹੀਂ ਹੁੰਦਾ। ਮੁੱਖੋਂ ਬੋਲੀ ਜਾ ਰਹੀ ਆ ਬਾਣੀ ਤੇ ਅੰਦਰ ਵਿਚਾਰ ਚੱਲ ਰਹੇ ਆ। ਤੇ ਸਮਝਾ ਰਹੇ ਆ ਕਿ ਕਹੀਅਤ ਆਨ ਅਚਰੀਅਤ ਅਨ, ਸਮਝ ਨਾ ਪਰੈ ਅਪਰਮਾਇਆ। ਐ ਪ੍ਰਭੂ, ਤੇਰੀ ਆ ਅਪਰਮਾਇਆ ਦਾ ਭੇਦ ਨਹੀਂ ਆਉਂਦਾ।
ਹੁਣ ਤੂੰ ਦਇਆ ਕਰ। ਕਹੇ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਭਗਤ ਰਵਿਦਾਸ ਜੀ ਸਮਝਾ ਰਹੇ ਆ, ਕਹਿੰਦੇ ਫਿਰ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਿਆ ਕਰੋ। ਕਹਿ ਰਵਿਦਾਸ ਉਦਾਸ ਦਾਸ ਮਤ, ਨਿਮਰਤਾ ਚ ਆ ਕੇ, ਉਦਾਸ ਹੋ ਕੇ, ਨਿਮਰਤਾ ਭਾਵ ਦੇ ਨਾਲ ਉਸ ਮਾਲਕ ਅੱਗੇ ਬੇਨਤੀ ਕਰੀ। ਕਹਿੰਦੇ ਪਰ ਹਰ ਕੋਪ ਕਰੋ ਜੀ ਦਇਆ। ਹੈ ਪ੍ਰਭੂ, ਆ ਸਾਡੇ ਤੇ ਗੁੱਸਾ ਤਿਆਗ। ਤੈਨੂੰ ਤਾਂ ਆਉਂਦਾ ਨਹੀਂ ਗੁੱਸਾ, ਪਰ ਸਾਡੇ ਕਰਮ ਹੀ ਇੰਨੇ ਮਾੜੇ ਆ। ਅਸੀਂ ਮਹਿਸੂਸ ਕਰਦੇ ਹਾਂ ਕਿ ਤੇਰੀ ਸਾਡੇ ਨਾਲ ਕੋਈ ਨਾਰਾਜ਼ਗੀ ਹੋਵੇਗੀ। ਸਾਨੂੰ ਭੁੱਲੇ ਹੋਏ ਜੀਵਾਂ ਨੂੰ ਨਾਰਾਜ਼ਗੀ ਨਾ ਕਰ, ਸਾਡੇ ਤੇ ਦਇਆ ਕਰ। ਜਦੋਂ ਫਿਰ ਮਾਲਕ ਦੇ ਅੱਗੇ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ, ਦਇਆ ਦੇ ਘਰ ਚ ਵਾਹਿਗੁਰੂ ਜਿਹੜਾ ਹਰ ਸਮੇਂ ਰਹਿੰਦਾ। ਕਿਉਂਕਿ ਜੇ ਉਹ ਦਇਆ ਨਾ ਕਰੇ ਤਾਂ ਐਸੇ ਮਾੜੇ ਕਰਮ ਸੰਸਾਰ ਦੇ ਅੰਦਰ ਇਨਸਾਨ ਕਰ ਰਹੇ ਆ। ਪਰਮਾਤਮਾ ਦੇ ਭੈ ਤੋਂ ਦੂਰ ਹੋ ਕੇ ਤਾਂ ਉਹਨਾਂ ਨੂੰ ਭੋਜਨ ਨਾ ਦੇਵੇ, ਉਹਨਾਂ ਦੇ ਸਵਾਸ ਰੋਕ ਦੇਵੇ, ਪਰ ਨਹੀਂ ਰੋਕਦਾ। ਫਿਰ ਉਹ ਸਾਨੂੰ ਗੁਰਬਾਣੀ ਅੰਦਰ ਇੰਨਾ ਗਿਆਨ ਦੇਤਾ। ਕਹਿੰਦੇ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਕਹਿੰਦੇ ਕੋਈ ਵੀ ਕਲੰਕ ਜਿਹੜਾ ਤੁਹਾਡੇ ਮਨ ਤੇ ਲੱਗਿਆ ਹੋਇਆ, ਜੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ, ਉਹਦੇ ਚ ਇੰਨੀ ਸ਼ਕਤੀ ਆ, ਕੋਈ ਕਲੰਕ ਤੁਹਾਡਾ ਨਹੀਂ ਰਹੇਗਾ। ਫਿਰ ਭਗਤ ਰਵਿਦਾਸ ਜੀ ਦੇ ਇਹ ਵਿਚਾਰ ਸੁਣ ਕੇ ਸੰਗਤ ਨੇ ਬੇਨਤੀ ਕੀਤੀ ਕਿ ਜੇ ਅਸੀਂ ਕਰਮ ਕਰਦੇ ਆ, ਸਾਡਾ ਵਾਸਾ ਕਿੱਥੇ ਹੋ ਜਾਊਗਾ। ਉਹਨਾਂ ਨੇ ਫਿਰ ਸਮਝਾਇਆ ਕਿ ਜੇ ਤੁਸੀਂ ਪ੍ਰਭੂ ਦੀ ਬੰਦਗੀ ਕਰੋਗੇ, ਆ ਜਿਹੜਾ ਸੰਸਾਰ ਆ ਇੱਥੇ ਗਾਮੀ ਗਮ ਨੇ, ਸੰਸੇ ਹੀ ਸੰਸੇ ਨੇ, ਚਿੰਤਾ ਹੀ ਚਿੰਤਾ, ਦੁੱਖਾਂ ਦਾ ਘਰ ਕਹਿਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਜੇ ਤੁਸੀਂ ਮਾਲਕ ਦੀ ਬੰਦਗੀ ਕਰਦੇ ਹੋ ਤਾਂ ਇੱਕ ਸ਼ਹਿਰ ਐਸਾ ਹੈ ਜਿੱਥੇ ਬੇਗਮ, ਜਿੱਥੇ ਕੋਈ ਗਮ ਹੀ ਨਹੀਂ ਹੈ। ਤੁਹਾਡਾ ਵਾਸਾ ਉਸ ਦੇਸ਼ ਦੇ ਅੰਦਰ ਹੋ ਜਾਊਗਾ ਜਿਹਨੂੰ ਗੁਰਬਾਣੀ ਦੇ ਅੰਦਰ ਬੇਗਮਪੁਰਾ ਸ਼ਹਿਰ ਕਿਹਾ ਗਿਆ, ਨਿਰੰਕਾਰ ਦਾ ਦੇਸ਼ ਕਿਹਾ ਗਿਆ, ਸੱਚਖੰਡ ਕਿਹਾ ਗਿਆ, ਪ੍ਰਲੋਕ ਕਿਹਾ ਗਿਆ, ਦਰਗਾਹ ਕਿਹਾ ਗਿਆ। ਤੇ ਕੀ ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਜਿਹੜਾ ਇਨਸਾਨ ਉਸ ਮਾਲਕ ਪਰਮਾਤਮਾ ਨੂੰ ਯਾਦ ਕਰਦਾ, ਉਹਦਾ ਵਾਸਾ ਕਿਹੜੇ ਸ਼ਹਿਰ ਚ ਹੁੰਦਾ। ਸਮਝਾ ਰਿਹਾ, ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ। ਇੱਕ ਐਸਾ ਦੇਸ਼ ਹੈ ਜਿੱਥੇ ਕੋਈ ਗਾਮੀ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਧੋ ਨਹੀਂ ਤੈ ਖਾਓ। ਉੱਥੇ ਨਾ ਕੋਈ ਦੁੱਖ ਤੇ ਨਾ ਕੋਈ ਅੰਦੇਸ਼ਾ। ਜਿਹੜਾ ਜੀਵ ਉੱਥੇ ਆਪਦੇ ਮਨ ਨੂੰ ਲਿਜਾਣਾ ਸਿੱਖ ਗਿਆ, ਬੇਗਮਪੁਰੇ ਸ਼ਹਿਰ ਦੇ ਅੰਦਰ ਉਹਦਾ ਵਾਸਾ ਹੋ ਜਾਂਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਨਾ ਕਹਿੰਦੇ ਉੱਥੇ ਕੋਈ ਟੈਕਸਾ, ਨਾ ਤਸਵੀਸ, ਖਰਾਜ ਨਾ ਮਾਲ, ਨਾ ਕੋਈ ਉੱਥੇ ਸੰਸਾ, ਖੌਫ ਨਾ ਖਤਾ, ਨਾ ਕੋਈ ਡਰ, ਨਾ ਕੋਈ ਗਲਤੀ, ਤਰਸ ਜਵਾਲ। ਉੱਥੇ ਮਾਲਕ ਜੀਵ ਦੇ ਉੱਪਰ ਤਰਸ ਕਰਦਾ। ਅਬ ਮੋਹੇ ਖੂਬ ਵਤਨ ਗਹਿ ਪਾਈ। ਭਗਤ ਰਵਿਦਾਸ ਜੀ ਕਹਿੰਦੇ ਅਸੀਂ ਪ੍ਰਭੂ ਦੀ ਬੰਦਗੀ ਕਰ ਕਰਕੇ ਉਸ ਦੇਸ਼ ਦੀ ਪ੍ਰਾਪਤੀ ਕਰ ਲਈ। ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਉਹ ਦੇਸ਼ ਦੇ ਅੰਦਰ ਕਹਿੰਦੇ ਸਦਾ ਹੀ ਖੈਰ ਸੁੱਖ ਹੈ, ਜੋ ਆਪਾਂ ਸਾਰੇ ਲੋੜਦੇ ਹਾਂ, ਅਰਦਾਸਾਂ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਖੈਰ ਰਹੇ, ਸੁੱਖ ਰਹੇ, ਸਾਡੇ ਜੀਵਨ ਚ ਕਿਤੇ ਤੰਗੀ ਨਾ ਆਵੇ। ਭਗਤ ਰਵਿਦਾਸ ਜੀ ਕਹਿੰਦੇ ਉਹ ਫਿਰ ਸ਼ਹਿਰ ਹੈ ਬੇਗਮਪੁਰਾ ਸ਼ਹਿਰ। ਅਬ ਮੋਹੇ ਖੂਬ ਗਤਨ ਗਹਿ, ਅਬ ਮੋਹੇ ਖੂਬ ਗਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਤੇ ਫਿਰ ਪਿਆਰ ਕਿੰਨਾ ਦੱਸਿਆ ਨਿਰੰਕਾਰ ਦੇ ਨਾਲ। ਬੇਨਤੀ ਕੀਤੀ ਭਗਤ ਰਵਿਦਾਸ ਜੀ ਨੇ ਕਿਹਾ, ਪ੍ਰਭੂ ਮੇਰਾ ਤੇਰੇ ਨਾਲ ਇੰਨਾ ਪਿਆਰ ਹੈ, ਜੋ ਤੁਮ ਗਿਰਬਰ ਤੋ ਹਮ ਮੋਰਾ। ਜੇ ਤੂੰ ਪਹਾੜ ਰੂਪ ਹੋਵੇਂ ਤਾਂ ਮੈਂ ਇੱਕ ਮੋਰ ਦੀ ਨਿਆਈ ਹੋਵਾਂ। ਜੋ ਤੋ ਗਿਰਬਰ
तो हम मोरा, जो तो चंद तो हम भै हैं चकोरा। जे तू चंद्रमा बने मैं चकोर पंछी बन जा। एक पंछी आ चकोर, ਉਹ ਜਦੋਂ ਚੰਦਰਮਾ ਉਦੇ ਹੁੰਦਾ ਇੰਨਾ ਉਹਦੇ ਤੇ ਟਿਕਟਕੀ ਲਾ ਕੇ ਵੇਖਦਾ, ਆਪਦੇ ਸਰੀਰ ਨੂੰ ਨਹੀਂ ਹਿਲਾਉਂਦਾ। ਜਿੱਧਰ ਨੂੰ ਚੰਦਰਮਾ ਜਾਂਦਾ ਉਧਰ ਹੀ ਉਧਰ ਆਪਣੀ ਧੌਣ ਨੂੰ ਇੱਕ ਛਿਨ ਭਰ ਵੀ ਆਪਣਾ ਧਿਆਨ ਨਹੀਂ ਟਿਕਾਉਂਦਾ ਹਟਾਉਂਦਾ, ਜਿਹੜਾ ਚਕੋਰ ਪੰਛੀ ਹੈ। ਭਗਤ ਰਵਿਦਾਸ ਜੀ ਵੀ ਸਮਝਾ ਰਹੇ ਆ, ਜੋ ਤੁਮ ਚੰਦ ਹਮ ਭੈ ਹੈ ਚਕੋਰਾ, ਮਾਧਵੇ ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਨ ਸੰਗ ਜੋਰੈ। ਇਹ ਮਾਇਆ ਦੇ ਪਤੀ ਮਾਧੋ, ਤੂੰ ਸਾਡੇ ਨਾਲ ਪ੍ਰੀਤ ਨਾ ਤੋੜੀ ਤੇ ਅਸੀਂ ਵੀ ਨਹੀਂ ਤੋੜਦੇ, ਕਿਉਂਕਿ ਤੇਰੇ ਨਾਲੋਂ ਤੋੜ ਕੇ ਹੋਰ ਲਾਉਣੀ ਕਿੱਥੇ ਆ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਇਹ ਪ੍ਰਮਾਤਮਾ, ਜੇ ਤੂੰ ਦੀਵਾ ਰੂਪ ਹੋਵੇਂ ਮੈਂ ਤੇਰੇ ਦੇ ਅੰਦਰ ਬੱਤੀ ਬਣ ਕੇ ਸੜ ਜਾ, ਜੇ ਤੂੰ ਤੀਰਥ ਰੂਪ ਹੋਵੇਂ ਤਾਂ ਮੈਂ ਯਾਤਰੀ ਬਣ ਕੇ ਜਾਵਾਂ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਬਰ ਸੰਗ ਤੋਰੀ। ਮੈਂ ਆਪਣੇ ਮਨ ਦੀ ਸੱਚੀ ਪ੍ਰੀਤ ਤੇਰੇ ਨਾਲ ਜੋੜੀ ਆ ਤੇ ਬਾਕੀਆਂ ਨਾਲੋਂ ਤੋੜ ਲਈ। ਜਹ ਜਹ ਜਾਓ ਤਹਾਂ ਤੇਰੀ ਸੇਵਾ, ਤੁਮ ਸਿਉ ਠਾਕਰ ਔਰ ਨਾ ਦੇਵਾ। ਐ ਮਾਲਕ ਮੈਂ ਜਿੱਥੇ ਵੀ ਜਾਵਾਂ ਤੇਰੀ ਸੇਵਾ ਕਰਾਂ, ਕਿਉਂਕਿ ਤੇਰੇ ਵਰਗਾ ਸੁਆਮੀ ਮਾਲਕ ਕੋਈ ਹੋਰ ਹੈ ਹੀ ਨਹੀਂ। ਫਿਰ ਭਗਤ ਜੀ ਨੂੰ ਪੁੱਛਿਆ ਕਿ ਕਿੰਨਾ ਪਿਆਰ ਕਰਦੇ ਹੋ ਪਰਮਾਤਮਾ ਦੇ ਨਾਲ, ਕੀ ਮਿਲਦਾ ਪਰਮਾਤਮਾ ਦੀ ਭਗਤੀ ਕਰਕੇ। ਤੇ ਫਿਰ ਭਗਤ ਜੀ ਸਮਝਾ ਰਹੇ ਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਿ ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਕਿ ਇਹ ਸੰਸਾਰ ਦੇ ਲੋਕੋ, ਮੈਂ ਉਸ ਮਾਲਕ ਨੂੰ ਇਸ ਕਰਕੇ ਯਾਦ ਕਰਦਾ, ਤਾਂ ਕਰਕੇ ਉਹਦਾ ਭਜਨ ਕਰਦਾ ਜਿਹੜੀ ਫਾਹੀ ਗਲ 'ਚ ਪਈ ਹੋਈ ਆ ਉਹ ਕੱਟੀ ਜਾਂਦੀ ਹੈ। ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਫਾਹੀ ਆ ਸਾਡੇ ਵਿਚਾਰਾਂ ਦੀ, ਸਾਡੇ ਫੁਰਨਿਆਂ ਦੀ, ਜਿਹੜੀ ਟੁੱਟਦੀ ਹੋਈ ਨਹੀਂ। ਜਦੋਂ ਅਸੀਂ ਫਿਰ ਪ੍ਰਭੂ ਦੇ ਗੁਣ ਗਾਉਣੇ ਆ ਉਦੋਂ ਇਹ ਵਿਚਾਰ ਰੁਕਦੇ ਆ ਤੇ ਸਾਡੀ ਆ ਬੰਧਨ ਵਿਚਾਰਾਂ ਦੀ ਵੀ ਟੁੱਟਦੇ ਆ ਤੇ ਸਿਮਰਨ ਬੰਦਗੀ ਕਰਦਿਆਂ ਕਰਦਿਆਂ ਜਮਾਂ ਦੀ ਜਿਹੜੀ ਫਾਹੀ ਆ ਉਹ ਵੀ ਕੱਟੀ ਜਾਂਦੀ ਆ। ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਇਹ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ, ਉਹਨਾਂ ਦੇ ਪਾਵਨ ਵਚਨ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਦਰਜ ਨੇ, ਜਿਨ੍ਹਾਂ ਦੀ ਆਪਾਂ ਵਿਚਾਰ ਕਰਨ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਯਤਨ ਕਰਿਆ। ਆਓ ਫਿਰ ਆਪਾਂ ਵੀ ਆਪਣੇ ਮਨ ਦੇ ਬੰਧਨ ਕੱਟਣ ਵਾਸਤੇ, ਜਮਾਂ ਦੀ ਫਾਹੀ ਕੱਟਣ ਵਾਸਤੇ ਉਸ ਪਰਮਾਤਮਾ ਦੇ ਨਾਮ ਦਾ ਭਜਨ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ